ड्रग केस ਦੇ ਵਿੱਚ 168 ਦਿਨਾਂ ਬਾਅਦ ਪਟਿਆਲਾ ਜੇਲ੍ਹ ਤੋਂ ਬਾਹਰ ਆਏ ਬਿਕਰਮ ਮਜੀਠੀਆ। ਕਿਹਾ ਕੋਰਟ ਨੇ ਮੇਰੇ ਖਿਲਾਫ ਰਚੀ ਸਾਜ਼ਿਸ਼ ਨੂੰ ਕੀਤਾ ਬੇਨਕਾਬ। ਅਜਿਹੀਆਂ ਸਿਆਸੀ ਕਿੜਾ ਨਾ ਕੱਢੋ ਕਿ ਦੁਸ਼ਮਣੀ 'ਚ ਬਦਲ ਜਾਏ। ਰਿਹਾਈ ਤੋਂ ਬਾਅਦ ਗੁਰਦੁਆਰਾ ਦੁੱਖ ਨਿਵਾਰਨ ਦੇ ਵਿੱਚ ਮਜੀਠੀਆ ਹੋਏ ਨਤਮਸਤਕ। ਜੇਲ੍ਹ ਤੋਂ ਬਾਹਰ ਆਏ ਬਿਕਰਮ ਮਜੀਠੀਆ ਦਾ ਸਾਬਕਾ ਸੀਐਮ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਤੇ ਤਿੱਖਾ ਵਾਰ। ਕਿਹਾ ਧੱਕਾ ਕਰਨ ਵਾਲਾ ਸੀਐਮ ਅੱਜ ਲੱਭਦਾ ਨਹੀਂ, ਦੂਜਾ ਸਾਜ਼ਿਸ਼ਕਾਰ ਜੇਲ੍ਹ ਦੇ ਵਿੱਚ ਸੀ ਮੇਰਾ ਗੁਆਂਢੀ। ਮਜੀਠੀਆ ਦੀ ਰਿਹਾਈ ਤੇ ਕਾਂਗਰਸ ਦਾ ਆਮ ਆਦਮੀ ਪਾਰਟੀ ਤੇ ਵਾਰ। ਕਿਹਾ ਸਰਕਾਰ ਦੀ ਕਮਜ਼ੋਰ ਪੈਰਵੀ ਕਰਕੇ ਮਜੀਠੀਆ ਜੇਲ੍ਹ ਤੋਂ ਆਇਆ ਬਾਹਰ। ਸੀਐਮ ਦਾ ਪਲਟਵਾਰ। ਕਾਂਗਰਸ ਨੇ 4.5 ਸਾਲ ਮਜੀਠੀਆ ਨੂੰ ਕਿਉਂ ਬਚਾਇਆ। ਰੇਵੜੀ ਕਲਚਰ ਨੂੰ ਲੈ ਕੇ ਮੁੜ ਤੋਂ ਆਮੋ ਸਾਹਮਣੇ ਹੋਏ ਪ੍ਰਧਾਨ ਮੰਤਰੀ ਮੋਦੀ ਅਤੇ ਅਰਵਿੰਦ ਕੇਜਰੀਵਾਲ। ਪ੍ਰਧਾਨ ਮੰਤਰੀ ਬੋਲੇ ਰੇਵੜੀ ਕਲਚਰ ਦੇ ਨਾਲ ਦੇਸ਼ ਨਹੀਂ ਬਣੇਗਾ ਆਤਮ ਨਿਰਭਰ। ਕੇਜਰੀਵਾਲ ਦਾ ਪਲਟਵਾਰ। ਬੋਲੇ ਗਰੀਬ ਨੂੰ ਸਹੂਲਤਾਂ ਦੇਣ ਦੇ ਨਾਲ ਨਹੀਂ, ਦੋਸਤਾਂ ਦੇ ਕਰਜ਼ ਮਾਫ ਕਰਨ ਦੇ ਨਾਲ ਹੁੰਦਾ ਹੈ ਟੈਕਸ ਪੇਅਰ ਦੇ ਨਾਲ ਧੋਖਾ। ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਦਿੱਲੀ ਦੇ ਜੰਤਰ ਮੰਤਰ ਤੇ ਧਰਨਾ। ਸਿਮਰਨਜੀਤ ਸਿੰਘ ਮਾਨ ਨੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ਤੇ ਕੀਤਾ ਪ੍ਰਦਰਸ਼ਨ। ਮੋਹਾਲੀ 'ਚ ਛੁਡਾਈ ਗਈ 1200 ਏਕੜ ਜ਼ਮੀਨ ਤੇ ਹਾਈ ਕੋਰਟ ਨੇ ਪਹਿਲਾਂ ਵਾਲੀ ਸਥਿਤੀ ਬਰਕਰਾਰ ਰੱਖਣ ਦੇ ਦਿੱਤੇ ਨਿਰਦੇਸ਼। ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਜਾਰੀ, ਮੰਗਿਆ ਜਵਾਬ। ਮੋਹਾਲੀ ਦੇ ਵਿੱਚ ਖੁਦ ਮੁੱਖ ਮੰਤਰੀ ਨੇ ਛੁਡਵਾਈ ਸੀ ਜ਼ਮੀਨ। ਵਿਜੀਲੈਂਸ ਦੀ ਰਡਾਰ ਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ। ਪਿੰਡ ਆਕੜੀ ਦੇ ਕਰੋੜਾਂ ਦੇ ਘੁਟਾਲੇ ਦੇ ਵਿੱਚ ਜੁੜ ਰਹੇ ਨੇ ਤਾਰ। ਸੂਤਰਾਂ ਦੇ ਹਵਾਲੇ ਤੋਂ ਖਬਰ। ਜਲਾਲਪੁਰ ਜ਼ਰੀਏ ਹੁੰਦਾ ਸੀ ਕੰਟਰੈਕਟਰ ਅਤੇ ਸਰਪੰਚ ਦੇ ਵਿਚਾਲੇ ਲੈਣ ਦੇਣ। 12 ਕਰੋੜ ਦੇ ਘੁਟਾਲੇ ਦੇ ਵਿੱਚ ਸਰਪੰਚ ਹੋ ਚੁੱਕਾ ਹੈ ਗ੍ਰਿਫਤਾਰ। ਲੰਪੀ ਸਕਿਨ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ। ਬਾਹਰਲੇ ਸੂਬਿਆਂ ਤੋਂ ਪਸ਼ੂਆਂ ਦੀ ਐਂਟਰੀ ਨੂੰ ਕੀਤਾ ਬੈਨ। ਪਸ਼ੂ ਮੇਲਿਆਂ ਤੇ ਵੀ ਰੋਕ। ਹਾਲਾਤ ਦੀ ਸਮੀਖਿਆ ਦੇ ਲਈ 3 ਮੈਂਬਰੀ ਕੈਬਨਿਟ ਸਬ ਕਮੇਟੀ ਦਾ ਗਠਨ। ਜਸਟਿਸ ਯੂ ਲਲਿਤ ਹੋਣਗੇ ਦੇਸ਼ ਦੇ 49ਵੇਂ ਚੀਫ ਜਸਟਿਸ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਲਗਾਈ ਮੁਹਰ। 27 ਅਗਸਤ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਕੱਲ ਬਿਕਰਮ ਮਜੀਠੀਆ ਕਰੀਬ 6 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ। ਐਨਡੀਪੀਐਸ ਦੇ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਦੇ ਉੱਤੇ ਪਰਚਾ ਹੋਇਆ ਤੇ ਉਸ ਪਰਚੇ ਤੋਂ ਬਾਅਦ ਬਿਕਰਮ ਮਜੀਠੀਆ ਨੇ ਸਰੈਂਡਰ ਕੀਤਾ, ਜੇਲ੍ਹ ਪਹੁੰਚ ਗਏ ਤੇ 168 ਦਿਨਾਂ ਬਾਅਦ ਹੁਣ ਬਿਕਰਮ ਮਜੀਠੀਆ ਦੀ ਰਿਹਾਈ ਹੋਈ ਹੈ। ਜੀ ਹਾਂ, ਬਿਕਰਮ ਮਜੀਠੀਆ ਜਦੋਂ ਰਿਹਾ ਹੋ ਕੇ ਬਾਹਰ ਆਏ ਤਾਂ ਮੀਡੀਆ ਦੇ ਨਾਲ ਖੁੱਲ ਕੇ ਗੱਲਬਾਤ ਵੀ ਕੀਤੀ। ਕਰੀਬ 5.5 ਮਹੀਨੇ ਬਾਅਦ ਜਦੋਂ ਬਿਕਰਮ ਮਜੀਠੀਆ ਬਾਹਰ ਆਏ ਤਾਂ ਉਹਨਾਂ ਦਾ ਅੰਦਾਜ਼ ਉਹੀ ਪੁਰਾਣਾ ਸੀ। ਵਿਰੋਧੀਆਂ ਤੇ ਵਰਨ ਵਾਲਾ, ਕਟਾਕਸ਼ ਕਰਨ ਵਾਲਾ, ਤੰਜ ਕਸਣ ਵਾਲਾ। ਤੇ ਬਿਕਰਮ ਮਜੀਠੀਆ ਨੇ ਬਿਆਨ ਦਿੱਤਾ ਤੇ ਕਿਹਾ ਕਿ ਦਸੰਬਰ ਤੋਂ ਮੇਰੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਸੀ। गुरु तेग बहादुर साहब महाराज के चरण पोषण प्राप्त धरती के उन्होंने चरण पर मेरे भारत के मेरे सच्चे पातशाह के वाहगुरु कोटन कोट धन्यवाद गुरु की संगतां दा, उन्हां मावां दा, भैणां दा, नौजवान वीरां दा, बजुर्गां दा जिन्हां ने दास वास्ते इस नाचीज ना निमाणे इंसान वास्ते गुरु घर के पुत्र वास्ते अरदासां बेनतियां कीतियां ते अज मैं कह सकदा देर नहीं, जित सच्चाई की हमेशा हुई है, हुंदी आ रही है, हुंदी रहूगी। इसलिए सब तो पहला मालिक दा, गुरु की संगत दा, जुडिशरी दा, हाई कोर्ट ऑनरेबल हाई कोर्ट दा और अपने वकील साहिबाना दा, RS चीमा साहब का, सोपती साहब का, धनोआ साहब का, अर्शदीप चीमा जी का, हांडू साहब का, मेरी सारी लीगल टीम जिन्होंने अपना पक्ष रखा और अखीर की सच्चाई की देखो मैं ना आराम संबोधन होगा, गल्लां बड़ियां ने करना
मगर इस तरीके की नीवे पत्थर की सियासत घटिया सियासत शायद तुसी रिलाइज नहीं करते। जो मेरे बच्चों जो मेरे परिवार नूं, मेरे 80 साल की माता नूं, मेरे 85 साल के बजुर्गों नूं, मेरे वाइफ नूं जो कुछ इन्हां दिनां 'च झलना पिया शायद तुसीं अंदाजा नहीं ला सकते। जो कुछ मेरे बच्चों नूं सहना पिया तुसीं अंदाजा नहीं ला सकते। इस नीवे पत्थर की सियासत का भावें सच्चे पातशाह ने उन्होंने सबक सिखाता जिन्हों ने की है, मगर उसका फायदा की है? विचारधारक मतभेद नूं परसनलाइज बना के इस तरीके की सोच रखनी, मैं समझदा ये पॉलिटिक्स वास्ते पंजाब वास्ते भी इसका कोई भला नहीं है। ਤੁਹਾਡੇ ਸਾਹਿਬ ਅਕਾਲੀ ਦਲ ਦੋ ਫਾੜ ਹੋ ਰਿਹਾ, ਮੀਟਿੰਗ ਚੱਲ ਰਹੀ ਤੁਹਾਡੇ ਇਲਾਕੇ ਦੇ ਵਿੱਚ, ਕੀ ਤੁਸੀਂ ਇਕੱਠੇ ਕਰੋਗੇ? मैं अज तक बार कह रहा सोना भाई ਲੀਗਲ ਬੈਟਲ ਕੀਤੀ ਅੱਜ ਅੱਗੇ ਵੀ ਲੀਗਲ ਬੈਟਲ ਹੈ ਕਿ ਟ੍ਰਾਇਲ ਚੱਲੇਗਾ ਕੋਰਟ ਦੇ ਵਿੱਚ। 8 ਮਹੀਨੇ ਹੋ ਗਏ ਜੀ ਹਾਈਕੋਰਟ ਦੀ ਮੈਂ ਤਾਂ ਨਹੀਂ ਪੂਰੀ ਉਹਨਾਂ ਵਿੱਚ ਨਹੀਂ ਪੜ੍ਹੀ ਹੈ, ਮਗਰ ਜੋ ਮੋਟਾ ਮੇਰੇ ਵਕੀਲ ਸਾਹਿਬ ਨੇ ਦੱਸਿਆ 8 ਮਹੀਨਿਆਂ 'ਚ ਕੁਝ ਸਬੂਤ ਤਾਂ ਰੱਖਦੇ। ਇਹ ਜਿਹੜੀ ਕਿਹੜਾ ਕੱਢੀਆਂ ਗਈਆਂ ਨੇ ਨਾ ਬਾਏ ਇੱਕ ਦੋ ਅਫਸਰਾਂ ਨੇ, ਚਾਹੇ ਮੇਰਾ ਰਿਸ਼ਤੇਦਾਰ ਵੀ ਆ ਉਹਦੇ 'ਚ, ਚਾਹੇ ਮੇਰੇ ਸਿਆਸੀ ਵਿਰੋਧੀ ਵੀ ਨੇ, ਲੱਭਿਆ ਕੀ? ਦੇਖੋ ਮੈਨੂੰ ਅੱਜ ਤੱਕ ਸਿਰਫ ਉਸ ਮਾਲਕ ਦਾ ਜਿਹਨੇ ਇਸ ਨਾਚੀਜ਼ ਨੂੰ ਆਪਣੇ ਦਾਸ ਦੀ ਆਪੋ ਪੁੱਤਰ ਦੀ ਆਪਣੇ ਗੋਲੇ ਦੀ ਆਪਣੇ ਚੇਲੇ ਦੀ ਰਾਜ ਉਹਨਾਂ ਮਾਲਕ ਮਾਲਕ ਦਾ ਸੱਚੇ ਪਾਤਸ਼ਾਹ ਦਾ ਧੰਨਵਾਦ ਹੈ। ਉਹਨਾਂ ਦੇ ਚਰਨ ਪਰਸ ਕੇ ਮੈਂ ਧੰਨਵਾਦ ਕਰਦਾ। ਪਹਿਲਾਂ ਤਾਂ ਜਾ ਕੇ ਆਪ ਦੇ ਨਿਆਣਿਆਂ ਨੂੰ ਆਪ ਦੀ ਮਾਤਾ ਦਾ ਅਤੇ ਬਜ਼ੁਰਗ ਨੂੰ ਚਰਨ ਪਰਸ ਕੇ ਘੁੱਟ ਕੇ ਜੱਫੀ ਪਾਉਣੀ ਹੈ ਅਤੇ ਫਿਰ ਗੁਰੂ ਦੀ ਸੰਗਤ ਜਿਨ੍ਹਾਂ ਨੇ ਮੇਰੇ ਲਈ ਬੜੀਆਂ ਅਰਦਾਸਾਂ ਕੀਤੀਆਂ, ਉਹਨਾਂ ਮਾਵਾਂ ਭੈਣਾਂ ਦੇ ਸਭ ਦੇ ਕੋਲ ਜਾ ਕੇ ਉਹਨਾਂ ਦਾ ਜਿਹੜਾ ਪਰਚਾ ਕਾਂਗਰਸ ਦੀ ਟੀਮ ਦੇ ਵਿੱਚ ਹੋਇਆ ਸੀਗਾ ਤੁਹਾਡੇ ਤੇ ਤੁਸੀਂ ਬਦਲ ਗਈ ਹੈ, ਹੁਣ ਆਮ ਆਦਮੀ ਪਾਰਟੀ ਸਰਕਾਰ ਦੀ ਐਲੀਗੇਸ਼ਨ ਹੋਈ ਤਾਂ ਤੁਹਾਡੇ ਖਿਲਾਫ ਹਾਈ ਕੋਰਟ ਦੇ ਵਿੱਚ ਪਰਚਾ ਨਹੀਂ ਦਿੱਤਾ ਕਾਂਗਰਸ ਦਾ ਪ੍ਰਾਪਤ ਦਾ ਬੇਲ ਚੋਣਾਂ ਦੇ ਦੌਰਾਨ ਕਿ ਜਿਹੜੀ ਬੇਲ ਹੋਈ ਹੈ ਇਹ ਪਰਚਾ ਕਰਾਇਆ ਨਾ ਮੁੜਿਆ ਅਮਰੀਕਾ ਤੋਂ ਉਹਨੇ ਹਲਕਿਆਂ ਦੀ ਰਸੀਦ ਭਰ ਗਿਆ ਹੈ। ਕਦੇ ਇਤਿਹਾਸ ਨਵਾਂ ਬਣਾਤਾ, ਕਦੇ ਸਿੱਧੀ ਮਿਨਿਸਟਰ ਨਹੀਂ ਰਿਹਾ। 2 ਹਲਕਿਆਂ ਦੇ 30,000 ਦੇ ਵਿਹਲੇ ਹੋ ਗਏ ਤੇ ਭਾਈ ਸਾਹਿਬ ਆਉਣ ਤਾਂ ਵਾਪਸ। ਮੈਂ ਤਾਂ ਕਹਿੰਦਾ ਅਸੀਂ ਤਾਂ ਜੇਲ੍ਹ ਤੋਂ ਵੀ ਮੁੜੇ, ਉਹ ਅਮਰੀਕਾ ਤੋਂ ਵੀ ਮੁੜਿਆ ਉਹਨੂੰ ਕਾਹਦਾ ਡਰ ਸਕਾਉਂਗੇ? ਜਿਨ੍ਹਾਂ ਨੇ ਡਰਾਮਾ ਰਚਿਆ ਚੱਟੋਬਾਜ਼ਾ ਕਿੱਥੇ ਆ? ਅਕਾਲੀ ਦਲ ਉਹ ਅਫਸਰ ਕਿੱਥੇ ਨੇ? ਇਸ ਲਈ ਮੈਂ ਬਾਅਦ 'ਚ ਆਰਾਮ ਨਾਲ ਗੱਲ ਕਰੂੰਗਾ। ਅੱਜ ਕੋਈ ਇਹ ਜੀ ਗੱਲ ਨਾ, ਤੁਸੀਂ ਖੜ੍ਹਤਾ ਜਾਓ, ਮੈਨੂੰ ਸਾਹ ਸੁੱਕਾ ਲੈ ਲੈਣਗੇ, ਮਾੜਾ ਜਿਹਾ ਰੂਪ ਨੂੰ ਗੋਡੇ ਹੋ ਲੈਣਗੇ, ਫਿਰ ਹੌਲੀ ਹੌਲੀ ਗਰਮ ਹੋਊਗੀ ਕਹਿੰਦਾ ਮਜੀਠੀਆ ਸਾਹਿਬ ਬਾਹਰ ਆ ਗਏ ਹੁਣ ਮਹਾਰਾਜ ਜੀ ਹਾਲੇ ਤਾਂ ਲੋਕਾਂ ਦਾ ਧੰਨਵਾਦ ਹੈ। ਦੇਖੋ ਇੱਕ ਮੈਂ ਤੁਹਾਨੂੰ ਗੱਲ ਦੱਸਾਂ, ਮੈਂ 2 ਦਿਨ ਗਿਆ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਕਿ ਇੱਥੇ ਹਵਾ ਹਨੇਰੀ ਵਗਦੀ ਸੀ, ਪਾਰਟੀ ਸੀ, ਫਿਰ ਵੀ ਮੇਰੀ ਧਰਮ ਪਤਨੀ ਨੂੰ ਮੇਰੀ ਬੇਨਤੀ ਉੱਤੇ ਮੇਰੇ ਹਲਕੇ ਦੇ ਲੋਕਾਂ ਨੇ ਮਜੀਠੇ ਨੇ 26,000 ਵੋਟਾਂ ਨਾਲ ਉਹਨੂੰ ਜਿਤਾਇਆ। ਓਪੋਜੀਸ਼ਨ ਮੈਂਬਰ ਜਿੰਨੇ ਬੈਠੇ ਸਭ ਤੋਂ ਵੱਧ ਵੋਟਾਂ ਤੇ ਉਹ ਜਿੱਤੇ। ਤੇ ਮੈਨੂੰ ਪਾਰਟੀ ਦਾ ਜੋ ਹੁਕਮ ਹੋਇਆ ਸੀ ਕਿ ਕਾਂਗਰਸ ਦੇ ਪ੍ਰਧਾਨ ਨੂੰ ਵਿਹਲਾ ਕਰਦਾ, ਭਾਵੇਂ ਉਹ ਸਾਡੀ ਆਮ ਆਦਮੀ ਪਾਰਟੀ ਦੀ ਸਾਡੀ ਭੈਣ ਜੀ ਵਜੋਂ ਬਹੁਤ ਦਿੱਤੀ, ਉਹਨਾਂ ਨੂੰ ਵਧਾਈ ਹੈ, ਮਗਰ ਮੇਰਾ ਵੀ ਪੂਰਾ ਯੋਗਦਾਨ ਰਿਹਾ। ਤੇ ਰੱਬ ਦੇ ਰੰਗ ਦੇਖੋ, ਨਾਲ ਦੀ ਕੰਧ ਤੇ ਕੰਧ ਨਾਲ ਜੁੜਿਆ ਬੈਠਿਆ ਸੀ। ਮੈਂ ਤਾਂ ਇਕੱਲਾ ਅੰਡਰ ਟ੍ਰਾਇਲ ਹੀ ਸੀ, ਉਹ ਤਾਂ ਪੱਕਾ ਹੀ ਮੋਹਰ ਲਵਾ ਕੇ ਆਇਆ, ਗਿਲਟੀ ਕਨਵਿਕਟਡ ਫॉर ਮਰਡਰ। ਮੈਂ ਉਹਦੇ ਲਈ ਵੀ ਸੁੱਖ ਮੰਗਦਾ। ਉਹ ਬੜਾ ਔਖਾ ਅੰਦਰ ਮੇਰਾ ਵੀਰ, ਉਹਨੂੰ ਮੁਲਾਕਾਤ ਹੋਈ 5 ਮਹੀਨੇ ਤੋਂ ਵੱਧ ਅੱਜ ਨਹੀਂ ਦੱਸਣਾ ਤੁਹਾਨੂੰ। ਥੋੜਾ ਜਾਣਕਾਰੀ ਪੀਰੀਅਡ ਨੂੰ ਕਿੱਦਾਂ ਯਾਦ ਹੈ ਸਾਹਿਬ? ਦਲੇਰ ਮਹਿੰਦੀ ਦੇ ਅੰਦਰ ਪਹੁੰਚੇ ਨੇ ਤੁਹਾਡੇ ਦੂਜੇ ਸਾਥੀ ਜਿਹੜੇ ਵਹੀ ਕਹਿ ਰਹੇ ਸੀਗੇ ਨਾ, ਉਹਨਾਂ ਦੀ ਗੱਲ ਨਹੀਂ ਕੁਛ ਤੁਹਾਨੂੰ ਹੋਰ ਦੱਸਣਾ। ਅੱਜ ਲਈ ਇੰਨਾ ਬਹੁਤ ਤਾਂ ਬਿਕਰਮ ਮਜੀਠੀਆ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਹੁੰਚੇ, ਪਟਿਆਲਾ ਦੇ ਵਿੱਚ ਨਤਮਸਤਕ ਹੋਏ, ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਇਸ ਵਿਚਾਲੇ ਬਿਕਰਮ ਮਜੀਠੀਆ ਦੇ ਨਿਸ਼ਾਨੇ ਦੇ ਉੱਤੇ ਮੌਜੂਦਾ ਸਰਕਾਰ ਵੀ ਹੈ, ਖਾਸ ਤੌਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ
ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ, ਜੋ ਸਿਆਸੀ ਧੁਰ ਵਿਰੋਧੀ ਵਿਕਰਮ ਮਜੀਠੀਆ ਦੇ ਕਹੇ ਜਾਂਦੇ ਨੇ। ਇਨਫੈਕਟ ਵਿਕਰਮ ਮਜੀਠੀਆ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਸੀ, ਤਾਂ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਜੋ ਕਿ ਇੱਕ ਰੋਡ ਰੇਸ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ 1 ਸਾਲ ਦੀ ਉਹਨਾਂ ਨੂੰ ਸਜ਼ਾ ਸੁਣਾਈ, ਉਹ ਵੀ ਪਟਿਆਲਾ ਦੀ ਜੇਲ੍ਹ ਦੇ ਵਿੱਚ ਨੇ। ਖੈਰ, ਦੋ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ। ਅਕਾਲੀਆਂ ਦੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਜਦੋਂ ਜੇਲ੍ਹ ਤੋਂ ਬਾਹਰ ਆਏ ਨੇ ਵਿਕਰਮ ਮਜੀਠੀਆ। ਜੇਲ੍ਹ ਤੋਂ ਬਾਹਰ ਆਏ ਨੇ ਕਰੀਬ 5.5 ਮਹੀਨੇ ਤੱਕ, 168 ਦਿਨਾਂ ਤੱਕ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਰਹੇ ਤੇ ਪੁਰਾਣਾ ਅੰਦਾਜ਼ ਵਿਕਰਮ ਮਜੀਠੀਆ ਦਾ ਉਹੀ ਬੋਲਣ ਵਾਲਾ ਤਰੀਕਾ ਜ਼ਰੂਰ ਨਜ਼ਰ ਆਇਆ। ਭਾਵੁਕ ਵੀ ਥੋੜੇ ਹੁੰਦੇ ਹੋਏ ਨਜ਼ਰ ਆਏ ਤੇ ਜ਼ਿਕਰ ਕੀਤਾ ਕਿ ਪਰਿਵਾਰ ਦੂਰ ਹੈ ਕਰੀਬ 7-8 ਮਹੀਨਿਆਂ ਤੋਂ, ਇਸ ਕਰਕੇ ਉਹ ਜ਼ਰੂਰ ਉਹਨਾਂ ਨੂੰ ਮਿਸ ਕਰ ਰਹੇ ਨੇ। ਇਹ ਵੀ ਕਿਹਾ ਕਿ ਜਦੋਂ ਮੈਂ ਘਰ ਪਹੁੰਚੂੰਗਾ ਤਾਂ ਸਭ ਤੋਂ ਪਹਿਲਾਂ ਬੱਚਿਆਂ ਨੂੰ, ਮਾਪਿਆਂ ਨੂੰ ਘੁੱਟ ਕੇ ਜੱਫੀ ਪਾਣੀ ਹੈ ਪਰਿਵਾਰ ਨੂੰ, ਤਾਂ ਕਿ ਜੋ ਕਰੀਬ 7-8 ਮਹੀਨਿਆਂ ਤੋਂ ਉਹਨਾਂ ਨੂੰ ਮਿਸ ਕਰ ਰਹੇ ਨੇ ਉਹ ਜ਼ਰੂਰ ਉਹਨਾਂ ਦੇ ਨਾਲ ਕੁਝ ਸਮਾਂ ਬਿਤਾ ਸਕਣ। ਚਿਹਰੇ ਤੇ ਜਾਪਦਾ ਕੋਈ ਕਮੀ ਬਿਲਕੁਲ ਨਹੀਂ। ਮੈਂ ਜਿੱਥੇ ਫੇਰ ਬਾਰ-ਬਾਰ ਕਹਾਂ, ਵਿਰੋਧੀਆਂ ਦਾ ਵੀ ਧੰਨਵਾਦ ਹੈ ਭਾਈ। ਇਹ ਤਾਂ ਬਹੁਤ ਛੋਟਾ ਜਿਹਾ ਤਸ਼ੱਦਦ ਹੈ ਸਾਡੇ ਵੱਡ ਵਡੇਰਿਆਂ ਨੇ, ਗੁਰੂ ਸਾਹਿਬਾਨਾਂ ਨੇ ਜ਼ੁਲਮ ਦਾ ਟਾਕਰਾ ਕਿਵੇਂ ਕਰਨਾ ਹੈ, ਉਹ ਗੁਰੂ ਸਾਹਿਬ ਸਾਨੂੰ ਰਸਤਾ ਦਿਖਾ ਗਏ ਆ। ਮਧੂ ਸਰ ਨੀਚੇ ਕਰੋ ਜੀ। ਔਰ ਇਹ ਸਰਕਾਰਾਂ ਇਹ ਜੇ ਜ਼ੁਲਮ ਕਰਦੀਆਂ ਹੁੰਦੀਆਂ ਨੇ, ਤੇ ਜਿਹਨੇ ਜ਼ੁਲਮ ਕੀਤਾ ਸੀ ਉਹ ਮੁੱਖ ਮੰਤਰੀ ਤਾਂ ਲੱਭਦਾ ਨਹੀਂ ਕਿਤੇ ਸਾਬਕਾ, ਨਾ 3 ਚ, ਨਾ 13 ਚ, ਨਾ 15 ਚ, ਨਾ 17 ਆਉਂਦਾ ਕਿਉਂ ਨਹੀਂ ਅਮਰੀਕਾ ਤੋਂ। ਔਰ ਜਿਹਨੇ ਦੂਜੇ ਨੇ ਕੀਤਾ ਸੀ ਉਹ ਮੇਰੇ ਗਵਾਂਢ ਚ ਕੰਧਾਂ ਨਾਲ ਵੱਜਦਾ ਫਿਰਦਾ ਸੀ। ਮੈਂ ਉਹਦੀ ਵੀ ਸੁੱਖ ਮੰਗਦਾ ਐ ਨਹੀਂ ਕਿ ਮੈਂ ਉਹਦੀ ਵੀ ਸੁੱਖ ਮੰਗਦਾ ਆਪਦੇ ਭਰਾ ਦੀ। 75 ਸਾਲ ਆਜ਼ਾਦੀ ਦੇ ਅਸੀਂ ਮਨਾ ਰਹੇ ਹਾਂ। ਮੇਰੀ ਸਰਕਾਰ ਅੱਗੇ ਅਪੀਲ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ, ਔਰ ਉਹ ਇਸ ਲਈ ਵੀ ਹੋਣੀ ਚਾਹੀਦੀ ਕਿਉਂਕਿ ਕੋਈ ਵੀ ਸਜ਼ਾ ਸਾਡੀ ਜੋ ਕਨਸਟੀਟਿਊਸ਼ਨ ਹੈ, ਕਿਉਂਕਿ ਕਨਸਟੀਟਿਊਸ਼ਨ ਸਭ ਤੋਂ ਉੱਤੇ ਆ, ਜਿਨ੍ਹਾਂ ਨੇ 25 ਸਾਲ ਆਪਦੀ ਸਜ਼ਾ ਪੂਰੀ ਕਰ ਲਈ ਹੈ, ਮਤਲਬ 25 ਸਾਲ ਤਾਂ ਕੋਈ ਸਜ਼ਾ ਹੀ ਨਹੀਂ ਹੈ। ਸਰਕਾਰਾਂ ਨੂੰ ਅਪੀਲ ਕਰਦਾ ਹੈ ਕਿ ਵੱਡਾ ਦਿਲ ਵਿਖਾਉਂਦਿਆਂ ਹੋਇਆ ਜਿਨ੍ਹਾਂ ਨੇ ਵੀ ਸਜ਼ਾ ਐਡੀ ਲੰਮੀ ਕੱਟ ਲਈ, ਉਹਨਾਂ ਦੀ ਰਿਹਾਈ ਜ਼ਰੂਰ ਹੋਣੀ ਚਾਹੀਦੀ, ਜ਼ਰੂਰ ਹੋਣੀ ਚਾਹੀਦੀ। ਪਹਿਲਾਂ ਭਗਵੰਤ ਮਾਨ ਸਾਹਿਬ ਨੂੰ ਵਧਾਈ ਆ, ਉਹਨਾਂ ਦਾ ਕੰਮ ਵਿਆਹ ਹੋ ਗਿਆ, ਉਸ ਗੱਲ ਦੀ ਵਧਾਈ ਭਰਾ ਮੇਰੇ ਤੋਂ ਤਾਂ ਉਹ ਵੀ ਨਹੀਂ ਦਿੱਤੀ ਗਈ। ਅਸੀਂ ਅੰਦਰ ਭਾਵੇਂ ਲੱਡੂ ਬਣਾ ਕੇ ਮੁੰਡੇ ਖਾਦੇ, ਮੁੱਖ ਮੰਤਰੀ ਆ ਸਾਡਾ ਭਾਈ, ਇਸ ਲਈ ਉਹ ਨਿਕਲ ਕੇ ਉਹਨਾਂ ਨੂੰ ਵਧਾਈ ਆ। ਮੁੱਖ ਮੰਤਰੀ ਬਣੇ ਦੀ ਵੀ ਤੇ ਜੀਵਨ ਸਾਥੀ ਦੇ ਲੱਭਣ। ਤਾਂ ਵਿਰੋਧੀਆਂ ਨੂੰ ਨਿਸ਼ਾਨੇ ਦੇ ਉੱਤੇ ਵਿਕਰਮ ਮਜੀਠੀਆ ਲੈਂਦੇ ਹੋਏ ਨਜ਼ਰ ਆ ਰਹੇ ਨੇ। ਵਿਕਰਮ ਮਜੀਠੀਆ ਜੇਲ੍ਹ ਤੋਂ ਬਾਹਰ ਆਏ ਨੇ, ਪਟਿਆਲਾ ਜੇਲ੍ਹ ਦੇ ਵਿੱਚ ਕਰੀਬ 5.5 ਮਹੀਨੇ ਉਹ ਜੇਲ੍ਹ ਦੇ ਵਿੱਚ ਰਹੇ। ਉਹਦਾ ਜ਼ਮਾਨਤ ਦੇ ਉੱਤੇ ਹੁਣ ਤੁਹਾਨੂੰ ਅਸੀਂ ਐਕਸਕਲੂਸਿਵ ਰਿਪੋਰਟ ਵੀ ਦਿਖਾਉਂਦੇ ਹਾਂ, ਜੋ ਫੈਸਲੇ ਦੀ ਕਾਪੀ ਆਈ, ਜੋ ਫੈਸਲੇ ਦੇ ਵਿੱਚ ਕਿਹਾ ਗਿਆ। ਫੈਸਲੇ ਦੇ ਵਿੱਚ ਹਾਈ ਕੋਰਟ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਦੱਸਦੇ ਹਾਂ। ਤੇ ਉਹ ਜ਼ਿਕਰ ਹੋਇਆ ਕਿ ਹਾਈ ਕੋਰਟ ਨੇ ਜੋ ਟਿੱਪਣੀਆਂ ਕੀਤੀਆਂ ਕਿ ਮਜੀਠੀਆ ਦੇ ਖਿਲਾਫ ਜੋ ਪੁਸ਼ਤ ਪਨਾਹੀ ਦੇ ਇਲਜ਼ਾਮ ਲੱਗੇ ਸੀ ਉਸ ਦਾ ਕੋਈ ਸਬੂਤ ਨਹੀਂ ਹੈ। ਸ਼ੱਕੀ ਲੈਣ ਦੇਣ ਮਾਮਲੇ ਦੇ ਵਿੱਚ 8 ਸਾਲ ਬਾਅਦ FIR ਦਰਜ ਕੀਤੀ ਗਈ ਹੈ ਔਰ ਕੋਈ ਡਰਗ ਰਿਕਵਰੀ ਨਹੀਂ ਹੋਈ ਹੈ। ਪੁਸ਼ਤ ਪਨਾਹੀ ਦਾ ਕੋਈ ਸਬੂਤ ਨਜ਼ਰ ਨਹੀਂ ਆਉਂਦਾ। ਇਹ ਬਹੁਤ ਇੰਪੋਰਟੈਂਟ ਹੈ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਅਦਾਲਤ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਲੈ ਕੇ। ਵਿਕਰਮ ਮਜੀਠੀਆ ਦੇ ਉੱਤੇ ਇਲਜ਼ਾਮ ਪੁਸ਼ਤ ਪਨਾਹੀ ਵਾਲੇ ਲੱਗੇ ਕਿ ਪੁਸ਼ਤ ਪਨਾਹੀ ਜਿਹੜੇ ਡਰਗ ਪੈਡਲਰਸ ਜਾਂ ਸਮਗਲਰਸ ਨੇ ਉਹਨਾਂ ਦੀ ਪੁਸ਼ਤ ਪਨਾਹੀ ਵਿਕਰਮ ਮਜੀਠੀਆ ਦੇ ਵੱਲੋਂ ਕੀਤੀ ਗਈ। ਪਰ ਅਦਾਲਤ ਆਪਣੀ ਟਿੱਪਣੀ ਦੇ ਵਿੱਚ ਜ਼ਿਕਰ ਕਰਦੀ ਹੈ ਕਿ ਕੋਈ ਵੀ ਪੁਸ਼ਤ ਪਨਾਹੀ ਵਾਲਾ ਸਬੂਤ ਨਹੀਂ ਦਿੱਤਾ ਗਿਆ ਜਾਂ ਫਿਰ ਜਿਹੜਾ ਸਾਹਮਣੇ ਨਹੀਂ ਆਇਆ। ਤੇ ਨਾਲ ਹੀ ਇਹ ਵੀ ਜ਼ਿਕਰ ਕੀਤਾ ਕਿ ਕੋਈ ਡਰਗ ਰਿਕਵਰੀ ਵਿਕਰਮ ਮਜੀਠੀਆ ਤੋਂ ਨਹੀਂ ਕੀਤੀ ਗਈ ਹੈ। ਅਦਾਲਤ ਨੇ ਇਹ ਵੀ ਜ਼ਿਕਰ ਕੀਤਾ ਕਿ ਜਦੋਂ ਪਰਚਾ ਦਰਜ ਹੋਇਆ ਉਹ 2021 ਦੇ ਵਿੱਚ ਦਰਜ ਹੋਇਆ, 21 ਦਸੰਬਰ 2021 ਚ ਪਰਚਾ ਦਰਜ ਹੋਇਆ। ਤੇ ਅਦਾਲਤ ਨੇ ਇਹ ਵੀ ਜ਼ਿਕਰ ਕੀਤਾ ਕਿ ਇਹ ਮਾਮਲਾ ਤਾਂ 2007 ਤੇ 2013 ਦੇ ਵਿਚਾਲੇ ਲੈਣ ਦੇਣ ਦਾ ਹੈ, ਤਾਂ ਫਿਰ 8 ਸਾਲ ਬਾਅਦ ਪਰਚਾ ਦਰਜ ਕਿਉਂ ਹੋਇਆ? ਤਸਕਰਾਂ ਨੂੰ ਡਰਗ ਦੀ ਸਪਲਾਈ ਦਾ ਕੋਈ ਸਬੂਤ ਨਹੀਂ ਆਇਆ। 8 ਸਾਲਾਂ ਬਾਅਦ ਪਰਚਾ ਦਰਜ ਹੁੰਦਾ ਹੈ। ਤੇ ਪੁਲਿਸ ਦੇ ਵੱਲੋਂ ਇਹ ਵੀ ਬਹੁਤ ਇੱਕ ਇੰਪੋਰਟੈਂਟ ਪੁਆਇੰਟ ਸੀ ਕਿ 24 ਫਰਵਰੀ ਨੂੰ ਵਿਕਰਮ ਮਜੀਠੀਆ ਦੇ ਵੱਲੋਂ ਸਰੈਂਡਰ ਕੀਤਾ ਗਿਆ ਤੇ ਉਸ ਤੋਂ ਬਾਅਦ ਸਿੱਧਾ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਵਿਕਰਮ ਮਜੀਠੀਆ ਦਾ ਰਿਮਾਂਡ ਪੁਲਿਸ ਨੇ ਨਹੀਂ ਮੰਗਿਆ, ਇਹ ਵੀ ਅਦਾਲਤ ਨੇ ਜ਼ਿਕਰ ਕੀਤਾ। ਹਾਈ ਕੋਰਟ ਦੀ ਟਿੱਪਣੀ ਦੇ ਵਿੱਚ ਬੋਨੀ ਅਜਨਾਲਾ ਦਾ ਵੀ ਜ਼ਿਕਰ ਸੀ। ਬੋਨੀ ਅਜਨਾਲਾ ਨੇ ਇਲਜ਼ਾਮ ਲਗਾਏ ਸਨ, ਜਾਨ ਨੂੰ ਖਤਰਾ ਦੱਸਿਆ ਸੀ ਤੇ ਟਿੱਪਣੀ ਅਦਾਲਤ ਨੇ ਇਹ ਵੀ ਕੀਤੀ ਕਿ ਸਿਰਫ ਸਿਕਿਉਰਿਟੀ ਦੇ ਲਈ ਅਜਨਾਲਾ ਨੇ ਅਜਿਹੇ ਇਲਜ਼ਾਮ ਲਗਾਏ ਨੇ। ਉਧਰ ਵਿਕਰਮ ਮਜੀਠੀਆ ਨੂੰ ਕੋਰਟ ਦੇ ਵੱਲੋਂ ਜ਼ਮਾਨਤ ਮਿਲਣ ਦੇ ਉੱਤੇ ਪੰਜਾਬ ਦੇ ਵਿੱਚ ਸਿਆਸਤ ਵੀ ਗਰਮਾ ਗਈ।
ਜਿੱਥੇ ਅਕਾਲੀ ਦਲ ਮਜੀਠੀਆ ਦੇ ਖਿਲਾਫ ਹੋਈ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੀ ਸਿਆਸਤ ਦੱਸ ਰਿਹਾ ਹੈ ਤਾਂ ਉੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾ ਰਹੇ ਹਨ। ਡਰੱਗ ਮਾਮਲੇ ਦੇ ਵਿੱਚ 168 ਦਿਨਾਂ ਦੇ ਬਾਅਦ ਆਖਿਰਕਾਰ ਮਜੀਠੀਆ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ। ਮਜੀਠੀਆ ਪਟਿਆਲਾ ਜੇਲ੍ਹ ਚੋਂ ਰਿਹਾ ਹੋ ਗਏ। ਮਜੀਠੀਆ ਦੀ ਰਿਹਾਈ ਦੇ ਨਾਲ ਪੰਜਾਬ ਦੀ ਸਿਆਸਤ ਦਾ ਭਖਣਾ ਲਾਜ਼ਮੀ ਸੀ। ਅਕਾਲੀ ਦਲ ਨੇ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਪਾਰਟੀ ਦੇ ਲਈ ਵੱਡੀ ਰਾਹਤ ਦੱਸਿਆ ਤੇ ਨਾਲ ਹੀ ਕਾਂਗਰਸ ਤੇ ਆਮ ਆਦਮੀ ਪਾਰਟੀ ਉੱਤੇ ਬਦਲਾਖੋਰੀ ਦੀ ਸਿਆਸਤ ਕਰਨ ਦੇ ਇਲਜ਼ਾਮ ਵੀ ਲਾਏ। ਅੱਜ ਮੈਂ ਇਹਨਾਂ ਸਰਕਾਰਾਂ ਨੂੰ, ਕਾਂਗਰਸ ਹੋ ਜਾਂ ਆਮ ਆਦਮੀ ਪਾਰਟੀ ਹੋਏ, ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਬਥੇਰੀ ਸਿਆਸਤ ਖੇਡ ਲਿੱਤੀ ਤੇ ਸੰਗਤ ਜੀ ਤੁਹਾਨੂੰ ਵੀ ਕਹਿੰਦੀਆਂ। ਮੇਰੇ ਭਰਾ ਨੂੰ ਤਾਂ 6 ਮਹੀਨੇ ਜੇਲ੍ਹ 'ਚ ਹੋ ਗਏ ਤੇ 2 ਮਹੀਨੇ ਉਸ ਤੋਂ ਪਹਿਲੇ ਜਦੋਂ ਉਹਨੂੰ ਭੱਜ ਕੇ ਉਹ ਸੀਗਾ ਨਹੀਂ, ਘਰੇ ਨਹੀਂ ਸੀਗਾ, 8 ਮਹੀਨੇ ਮੇਰਾ ਭਰਾ ਤਾਂ ਨਹੀਂ ਰਿਹਾ ਜਿਹਦੇ ਉੱਤੇ ਇਹਨਾਂ ਨੇ ਸਿਆਸਤ ਖੇਡ ਕੇ ਇਹਦਾ ਨਾਂ ਵਰਤਿਆ ਤੇ ਨਸ਼ੇ ਘਟੇ ਨੇ ਪਹਿਲੇ ਤੋਂ ਕਿ ਵਧੇ ਨੇ। ਤੇ ਸਰਕਾਰ ਨੂੰ ਮੈਂ ਕਹਿੰਦੀ ਹਾਂ ਕਿ ਹੁਣ ਆਪ ਦੀ ਬਦਲਾਖੋਰੀ ਕੱਢਣੀ ਬੰਦ ਕਰੋ ਤੇ ਮਾਵਾਂ ਦੇ ਪੁੱਤਾਂ ਨੂੰ ਬਚਾਓ, ਭੈਣਾਂ ਦੇ ਭਰਾਵਾਂ ਨੂੰ ਬਚਾਓ। ਮਜੀਠੀਆ ਨੂੰ ਮਿਲੀ ਜ਼ਮਾਨਤ ਤੇ ਕਾਂਗਰਸ ਨੇ ਆਮ ਆਦਮੀ ਪਾਰਟੀ ਤੇ ਵੱਡੇ ਸਵਾਲ ਚੁੱਕੇ ਨੇ। ਕਾਂਗਰਸ ਨੇ ਇਲਜ਼ਾਮ ਲਾਇਆ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਆਪਸ ਵਿੱਚ ਮਿਲੇ ਹੋਏ ਨੇ। ਕੀ ਇਹਨਾਂ ਨੇ ਕੇਸ ਦੀ ਪੈਰਵਾਈ ਕਮਜ਼ੋਰ ਤਰੀਕੇ ਨਾਲ ਕੀਤੀ? ਕੀ ਇਹਨਾਂ ਨੇ ਉੱਥੇ ਕੇਸ ਨੂੰ ਸਹੀ ਤਰੀਕੇ ਨਾਲ ਫੈਕਟਸ ਨੂੰ ਪ੍ਰੈਜ਼ੈਂਟ ਨਹੀਂ ਕੀਤਾ, ਜਾਂ ਫਿਰ ਇਹ ਇਸ ਗੱਲ ਦੇ ਵਿੱਚ ਇਹਨਾਂ ਦਾ ਕੋਈ ਸਮਝੌਤਾ ਵਾ ਜਾਂ ਇਹਨਾਂ ਦੀ ਕੋਈ ਗੱਲਬਾਤ ਆ ਜਿਹੜਾ ਅੱਜ ਬਿਕਰਮ ਮਜੀਠੀਆ ਨੂੰ ਏਡੇ ਸੰਗੀਨ ਕੇਸ ਦੇ ਵਿੱਚ ਜ਼ਮਾਨਤ ਮਿਲਣੀ ਸੌਖੀ ਨਹੀਂ ਹੁੰਦੀ। ਕਾਂਗਰਸ ਐਮਪੀ ਰਵਨੀਤ ਬਿੱਟੂ ਨੇ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਤੇ ਹਮਲਾ ਬੋਲਿਆ। ਬਿੱਟੂ ਨੇ ਕਿਹਾ, ਕਾਂਗਰਸ ਪਾਰਟੀ ਦੀ ਸਰਕਾਰ ਤੇ ਪੰਜਾਬ ਪੁਲਿਸ ਨੇ ਮਜੀਠੀਆ ਨੂੰ ਬੜੀ ਮਿਹਨਤ ਦੇ ਨਾਲ ਉਸ ਦੀ ਸਹੀ ਜਗ੍ਹਾ ਜੇਲ੍ਹ ਦੇ ਵਿੱਚ ਪਹੁੰਚਾਇਆ ਸੀ, ਪਰ ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ, ਜਿਸ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਮਜੀਠੀਆ ਤੋਂ ਮਾਫੀ ਮੰਗ ਚੁੱਕੇ ਨੇ, ਪਿਛਲੇ 5 ਮਹੀਨੇ ਦੇ ਵਿੱਚ ਕੇਸ ਦੀ ਪੈਰਵਾਈ ਕਰਨ ਜਾਂ ਸਬੂਤ ਦੇਣ ਦੇ ਵਿੱਚ ਨਾਕਾਮਯਾਬ ਹੋਏ ਨੇ ਅਤੇ ਫਿਰ ਤੋਂ ਕੇਜਰੀਵਾਲ ਨੇ ਮਜੀਠੀਆ ਨੂੰ ਜੇਲ੍ਹ ਤੋਂ ਰਿਹਾ ਕਰਵਾ ਕੇ ਉਸ ਦੀ ਮਦਦ ਕੀਤੀ ਹੈ। ਲੋਕ ਆਪ ਹੀ ਦੇਖਣ ਕਿ ਕੌਣ ਰਲਿਆ ਹੋਇਆ ਹੈ। ਕਾਂਗਰਸ ਦੇ ਇਹਨਾਂ ਇਲਜ਼ਾਮਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਤੋਂ 4.5 ਸਾਲ ਦੀ ਸੱਤਾ ਦਾ ਹਿਸਾਬ ਕਿਤਾਬ ਮੰਗ ਲਿਆ। ਭਤੀਜੇ ਬਾਰੇ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਉਹਦਾ ਕੇਸ ਤਾਂ ਇਹਨਾਂ ਨੇ ਬਣਾਏ ਹੋਏ ਨੇ, ਪਰਚੇ ਇਹਨਾਂ ਨੇ ਪਾਏ ਹੋਏ ਨੇ, 2 DGP ਬਲ ਤੇ ਇਸ ਚੱਕਰ 'ਚ 4.5 ਸਾਲ ਚਾਚੇ ਨਾਲ ਉਹਦੀ ਤਾਈਓ ਤਾਂ ਮੁੱਛਾਂ ਤੇ ਹੱਥ ਫੇਰ ਕੇ ਕਹਿੰਦਾ ਰਿਹਾ ਉਹ ਕਰ ਲਓ ਮੇਰਾ ਕੀ ਕਰਨਾ। ਉਹ ਪਾਰਲੀਮੈਂਟ 'ਚ ਵਿਧਾਨ ਸਭਾ 'ਚ ਇੱਕ ਤੇ ਹੱਥ ਮਾਰ ਕੇ ਕਹਿੰਦਾ ਸੀ ਜਾਂ ਕਰ ਲਓ ਮੇਰਾ ਕੀ ਕਰਨਾ। ਉਹਨੂੰ ਪਤਾ ਸੀ ਇੱਧਰ ਚਾਚਾ ਬੈਠਾ ਹੈ। ਸੋ ਕਾਂਗਰਸੀ ਜਿਹੜੇ ਨੇ ਉਹ ਆਪਣੇ ਚਾਚੇ ਦੀ ਗੱਲ ਕਰਨ, ਬਾਕੀ ਹੋਰ ਇੱਧਰ ਤੁਸੀਂ ਗੱਲ ਕਰੋ। ਇਸ ਸਭ ਦਰਮਿਆਨ ਭਾਜਪਾ ਅਕਾਲੀ ਦਲ ਦੇ ਹੱਕ ਦੇ ਵਿੱਚ ਖੜੀ ਨਜ਼ਰ ਆ ਰਹੀ ਹੈ ਅਤੇ ਇਸ ਪੂਰੇ ਮਾਮਲੇ ਦੇ ਵਿੱਚ ਮਜੀਠੀਆ ਦੇ ਵੱਲੋਂ ਦਿਖਾਏ ਗਏ ਰਵੱਈਏ ਦੀ ਸ਼ਲਾਘਾ ਕਰ ਰਹੀ ਹੈ। ਆਪਣੇ ਆਪ ਨੂੰ ਕਾਨੂੰਨ ਦੇ ਸਾਹਮਣੇ ਕੀਤਾ ਜਦੋਂ ਉਹਨਾਂ ਤੇ ਆਰੋਪ ਲੱਗੇ ਤੇ ਉਹ ਇੱਧਰ ਉੱਧਰ ਭੱਜੇ ਔਰ ਜਿਹੜੇ ਮਿਨਿਸਟਰ ਹੁੰਦੇ ਆ, MP MLA ਜਾਂ ਹੋਰ ਇਸ ਤਰ੍ਹਾਂ ਦੇ ਲੋਕ ਹੁੰਦੇ ਆ, ਉਹਨਾਂ ਤੋਂ ਸਮਾਜ ਵੀ ਪ੍ਰੇਰਨਾ ਲੈਂਦਾ ਤੇ ਉਹਨਾਂ ਨੇ ਜੋ ਕਾਨੂੰਨ 'ਚ ਵਿਸ਼ਵਾਸ ਰੱਖਿਆ ਔਰ ਉਹਨਾਂ ਨੂੰ ਅੱਜ ਜ਼ਮਾਨਤ ਮਿਲੀ ਹੈ। ਕੋਰਟ ਦੇ ਇਸ ਫੈਸਲੇ ਨੇ ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਆਮੋ ਸਾਹਮਣੇ ਲਿਆ ਖੜਾ ਕੀਤਾ ਹੈ। ਮਜੀਠੀਆ ਦੀ ਰਿਹਾਈ ਦੇ ਨਾਲ ਕਿਸ ਨੂੰ ਨਫਾ ਨੁਕਸਾਨ ਹੋਵੇਗਾ, ਇਸ ਲਈ ਆਉਣ ਵਾਲੇ ਕੁਝ ਦਿਨਾਂ ਦਾ ਇੰਤਜ਼ਾਰ ਕਰਨਾ ਹੋਵੇਗਾ। ਬਿਊਰੋ ਰਿਪੋਰਟ, ਨਿਊਜ਼ 18। ਪਰ ਬਿਕਰਮ ਮਜੀਠੀਆ ਦੀ ਰਿਹਾਈ ਤੋਂ ਬਾਅਦ ਅਕਾਲੀ ਦਲ ਬਹੁਤ ਗਦਗਦ ਹੈ ਤੇ ਵਿਰੋਧੀਆਂ ਨੂੰ ਨਿਸ਼ਾਨੇ ਦੇ ਉੱਤੇ ਲੈ ਰਿਹਾ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਜਿਹੜੀਆਂ ਫ੍ਰੀ ਬੀਜ਼ ਯਾਨੀ ਕਿ ਜੋ ਮੁਫਤ ਦੇ ਵਿੱਚ ਸਹੂਲਤਾਂ ਦੇਣ ਦਾ ਇੱਕ ਕਲਚਰ ਹੈ ਦੇਸ਼ ਦੇ ਵਿੱਚ, ਉਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਦਿੱਲੀ ਦੇ ਮੁੱਖ ਮੰਤਰੀ ਆਮੋ ਸਾਹਮਣੇ ਨਜ਼ਰ ਆਉਂਦੇ ਨੇ। ਰੇਵੜੀ ਕਲਚਰ ਨੂੰ ਲੈ ਕੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮੋ ਸਾਹਮਣੇ ਨੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰੇਵੜੀ ਕਲਚਰ ਦੇ ਨਾਲ ਦੇਸ਼ ਆਤਮ ਨਿਰਭਰ ਨਹੀਂ ਬਣੇਗਾ, ਬਲਕਿ ਇਸ ਦੇ ਨਾਲ ਕਰਦਾਤਾਵਾਂ ਤੇ ਬੋਝ ਵਧੇਗਾ, ਯਾਨੀ ਕਿ ਜਿਹੜੇ ਟੈਕਸ ਪੇਅਰਸ ਨੇ ਉਹਨਾਂ ਦੇ ਉੱਤੇ ਬੋਝ ਵਧੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਸਿਆਸਤ ਦੇ ਵਿੱਚ ਹੀ ਸਵਾਰਥ ਹੋਵੇਗਾ ਤਾਂ ਕੋਈ ਵੀ ਆ ਕੇ ਮੁਫਤ ਦੇ ਵਿੱਚ ਪੈਟਰੋਲ ਡੀਜ਼ਲ ਦੇਣ ਦਾ ਐਲਾਨ ਵੀ ਕਰ ਸਕਦਾ ਹੈ। ਪਰ ਪ੍ਰਧਾਨ ਮੰਤਰੀ ਦੇ ਇਸ ਬਿਆਨ ਦੇ ਉੱਤੇ ਕੇਜਰੀਵਾਲ ਨੇ ਵੀ ਪਲਟਵਾਰ ਕਰਦਿਆਂ ਕਿਹਾ ਤੇ ਦੇਰ ਨਹੀਂ ਕੀਤੀ ਪਲਟਵਾਰ ਕਰਨ ਦੇ ਵਿੱਚ। ਕੇਜਰੀਵਾਲ ਨੇ ਕਿਹਾ ਕਿ ਦੋਸਤਾਂ ਦੇ ਕਰਜ਼ ਮਾਫ ਕਰਨ ਦੇ ਨਾਲ ਟੈਕਸ ਪੇਅਰ ਦੇ ਨਾਲ ਧੋਖਾ ਹੁੰਦਾ ਹੈ। ਗਰੀਬ ਤਬਕੇ ਨੂੰ ਜ਼ਰੂਰੀ ਸੁਵਿਧਾਵਾਂ ਦੇਣ ਦੇ ਨਾਲ ਟੈਕਸ ਪੇਅਰ ਦੇ ਉੱਤੇ ਬੋਝ ਨਹੀਂ ਵਧਦਾ। अगर राजनीति में ही स्वार्थ होगा
तो कोई भी आकर पेट्रोल डीजल भी मुफ्त देने की घोषणा कर सकता है। ऐसे कदम हमारे बच्चों से उनका हक छीनेंगे, देश को आत्मनिर्भर बनने से रोकेंगे। ऐसी स्वार्थ भरी नीतियों से देश के ईमानदार टैक्स पेयर का बोझ भी बढ़ता ही जाएगा। मैंने सुना कि ये कहा गया है कि अगर जनता को फ्री सुविधाएं दी जाएंगी तो इससे देश को नुकसान होगा, इससे टैक्स पेयर जो देश को टैक्स देते हैं उनके साथ धोखा होगा। मुझे लगता है कि टैक्स पेयर के साथ धोखा तब होता है जब उनसे टैक्स लेके और उस टैक्स के पैसे से अपने चंद दोस्तों के बैंकों के कर्जे माफ किए जाते हैं। टैक्स पेयर के साथ धोखा इससे नहीं होता कि हम उनके बच्चों को अच्छी और फ्री शिक्षा देते हैं। टैक्स पेयर के साथ धोखा इससे नहीं होता कि हम देश के लोगों का फ्री में अच्छा इलाज कराते हैं। टैक्स पेयर के साथ धोखा तब होता है जब अपने दोस्तों के कर्जे माफ करते हैं। 10 लाख करोड़ रुपए के अगर कर्जे माफ नहीं किए जाते तो मैं समझता हूं आज देश इस तरह से घाटे की स्थिति में नहीं हो। ਤਾਂ ਰੇਵੜੀ ਕਲਚਰ ਇਸ ਸਮੇਂ ਖੂਬ ਦੇਸ਼ ਦੀ ਸਿਆਸਤ ਦੇ ਵਿੱਚ ਮੁੱਦਾ ਗੂੰਜ ਰਿਹਾ ਹੈ ਤੇ ਇਸ ਦੇ ਉੱਤੇ ਆਮੋ ਸਾਹਮਣੇ ਨੇ ਦੇਸ਼ ਦੇ ਦੋ ਵੱਡੇ ਸਿਆਸੀ ਲੀਡਰ।